ਵੈਲਕਮ ਇਨ ਦੀ ਕਲਾਸ। ਚੈਪਟਰ 5 ਦਾ ਨੈਕਸਟ ਟੌਪਿਕ ਆਪਣੇ ਕੋਲ ਹੈ ਗਰੁੱਪਿੰਗ ਆਫ ਕਪੈਸਿਟਰਸ। ਹੁਣ ਕਪੈਸਿਟਰਸ ਜਦੋਂ ਆਪਾਂ ਨੂੰ ਚਾਹੀਦੇ ਕਿ ਆਪਾਂ ਨੂੰ ਕੋਈ ਪਰਟੀਕੂਲਰ ਵੈਲਿਊ ਚਾਹੀਦੀ ਹੈ ਕਿਸੇ ਵੀ ਕਪੈਸਿਟਰ ਦੀ, ਤਾਂ ਉਹ ਕਈ ਵਾਰੀ ਆਪਾਂ ਨੂੰ ਅਵੇਲੇਬਲ ਨਹੀਂ ਹੁੰਦੀ। ਤਾਂ ਇਸੇ ਕਰਕੇ ਆਪਾਂ ਕੀ ਕਰਦੇ ਹਾਂ, ਹੋਰ ਵੈਲਿਊਜ਼ ਦੇ ਕਪੈਸਿਟਰਸ ਨੂੰ ਆਪਾਂ ਅਰੇਂਜ ਕਰਦੇ ਹਾਂ, ਇਕੱਠਾ ਕਰਕੇ ਇੱਕ ਗਰੁੱਪ ਬਣਾਉਂਦੇ ਹਾਂ। ਤਾਂ ਉਹ ਗਰੁੱਪਿੰਗ ਆਪਣੇ ਕੋਲ ਕਿਵੇਂ ਆ ਕਿ ਆਪਾਂ ਉਹਨਾਂ ਦੇ ਗਰੁੱਪ ਸੀਰੀਜ਼ ਦੇ ਵਿੱਚ ਵੀ ਬਣਾ ਸਕਦੇ ਹਾਂ ਅਤੇ ਪੈਰਲਲ ਦੇ ਵਿੱਚ ਵੀ ਬਣਾ ਸਕਦੇ ਹਾਂ। ਤਾਂ ਉਹਨਾਂ ਦੇ ਕੋਰਸਪੋਂਡਿੰਗ ਹੀ ਆਪਣੇ ਕੋਲ ਨੈਟ ਕਪੈਸਿਟੈਂਸ ਦੀ ਵੈਲਿਊ ਆਊਗੀ। ਹੁਣ ਜੇ ਕਪੈਸਿਟਰਸ ਨੂੰ ਆਪਾਂ ਸੀਰੀਜ਼ ਦੇ ਵਿੱਚ ਕਨੈਕਟ ਕਰੀਏ ਤਾਂ ਨੈਟ ਕਪੈਸਿਟੈਂਸ ਆਪਣੇ ਕੋਲ ਕੀ ਆ, ਡਿਕਰੀਜ਼ ਹੋ ਜੂ, ਟੋਟਲ ਵੈਲਿਊ ਹੋਊਗੀ ਜਿਹੜੀ ਕਪੈਸਿਟੈਂਸ ਦੀ। ਬਟ ਜੇ ਇਹੀ ਆਪਾਂ ਉਹਨਾਂ ਨੂੰ ਪੈਰਲਲ ਦੇ ਵਿੱਚ ਅਰੇਂਜ ਕਰ ਰਹੇ ਹਾਂ ਤਾਂ ਨੈਟ ਕਪੈਸਿਟੈਂਸ ਆਪਣੇ ਕੋਲ ਕੀ ਹੋਊਗੀ, ਇਨਕਰੀਜ਼ ਕਰ ਜੂਗੀ। ਹੁਣ ਜੇ ਆਪਾਂ ਕਪੈਸਿਟਰਸ ਨੂੰ ਸੀਰੀਜ਼ ਦੇ ਵਿੱਚ ਅਰੇਂਜ ਕਰਦੇ ਹਾਂ ਤਾਂ ਉਹਨਾਂ ਦੇ ਲਈ ਆਪਾਂ ਦੇਖੋ ਕੀ ਆ, 3 ਕਪੈਸਿਟਰਸ ਦਿੱਤੇ ਹੋਏ ਨੇ ਆਪਣੇ ਕੋਲ। ਤਾਂ ਫਸਟ ਕਪੈਸਿਟਰ ਦੇ ਲਈ ਕਪੈਸਿਟੈਂਸ ਦੀ ਵੈਲਿਊ ਹੈਗੀ ਹੈ C1, ਸੈਕੰਡ ਕਪੈਸਿਟਰ ਦੇ ਲਈ ਕਪੈਸਿਟੈਂਸ ਦੀ ਵੈਲਿਊ ਹੈ C2, ਥਰਡ ਕਪੈਸਿਟਰ ਦੇ ਲਈ ਕਪੈਸਿਟੈਂਸ ਦੀ ਵੈਲਿਊ ਹੈਗੀ ਹੈ C3। ਤਾਂ ਫਸਟ ਕਪੈਸਿਟਰ ਦੇ ਅਕਰੋਸ ਆਪਣੇ ਕੋਲ ਪੋਟੈਂਸ਼ੀਅਲ ਡਿਫਰੈਂਸ ਹੈ V1, ਸੈਕੰਡ ਦੇ ਅਕਰੋਸ V2, ਥਰਡ ਦੇ ਅਕਰੋਸ V3 ਅਤੇ ਟੋਟਲ ਪੋਟੈਂਸ਼ੀਅਲ ਡਿਫਰੈਂਸ ਆਪਣੇ ਕੋਲ ਹੈਗਾ ਹੈ V। ਹੁਣ ਫਸਟ ਪਲੇਟ ਆਪਣੇ ਕੋਲ ਕੀ ਹੈ, ਫਸਟ ਕਪੈਸਿਟਰ ਨੂੰ 2 ਪਲੇਟਸ ਜਿਹੜੀਆਂ A ਅਤੇ B ਮਿਲ ਕੇ ਬਣਾ ਰਹੇ ਆ। ਤਾਂ ਉਹਨਾਂ ਦੀ ਫਸਟ ਪਲੇਟ A ਨੂੰ ਆਪਾਂ ਕੀ ਪੋਜ਼ੀਟਿਵ ਚਾਰਜ ਦਿੱਤਾ ਹੋਇਆ, ਤਾਂ ਇਹਦੇ ਤੋਂ ਕੀ ਆ, ਆਪੋਜ਼ਿਟ ਨੇਚਰ ਦਾ ਚਾਰਜ B ਪਲੇਟ ਦੇ ਉੱਪਰ ਇੰਡਿਊਸ ਹੋ ਜਾਊਗਾ। ਮਤਲਬ ਜੇ ਪੋਜ਼ੀਟਿਵ ਚਾਰਜ ਆਪਾਂ A ਪਲੇਟ ਨੂੰ ਦਿੱਤਾ ਸੀ ਤਾਂ ਨੈਗੇਟਿਵ ਚਾਰਜ B ਦੇ ਲੈਫਟ ਸਾਈਡ ਆਊਗਾ ਅਤੇ ਪੋਜ਼ੀਟਿਵ ਚਾਰਜ ਕਿੱਥੇ ਜਾਊਗਾ, B ਦੀ ਰਾਈਟ ਸਾਈਡ। ਹੁਣ ਇਸੇ ਤਰ੍ਹਾਂ ਕੀ ਆ, ਆਪਾਂ ਇਹਦੇ ਕੰਟੈਕਟ ਦੇ ਵਿੱਚ ਨੈਕਸਟ ਕਪੈਸਿਟਰ C2 ਨੂੰ ਪਲੇਸ ਕੀਤਾ ਹੋਇਆ, ਅਤੇ ਇਸੇ ਕਰਕੇ ਆਪਣੇ ਕੋਲ C ਦੇ ਉੱਪਰ ਵੀ ਕੀ ਆ, ਪੋਜ਼ੀਟਿਵ ਚਾਰਜ ਨੇ ਆ ਜਾਣਾ ਅਤੇ ਨੈਕਸਟ ਚਾਰਜ ਨੇ ਇੰਡਿਊਸ ਹੋ ਜਾਣਾ। ਇਸੇ ਤਰ੍ਹਾਂ ਇਹ ਪ੍ਰੋਸੈਸ ਅੱਗੇ ਦੇ ਅੱਗੇ ਜਾਈ ਜਾਊਗਾ। ਫਿਰ ਨੈਕਸਟ ਆਪਣੇ ਕੋਲ ਕੀ ਆ, ਲਾਸਟ ਦੇ ਉੱਪਰ ਜਿਹੜਾ ਕਪੈਸਿਟਰ ਹੋਊਗਾ ਉਹਦੀ ਪਲੇਟ ਹੋਊਗੀ ਜਿਹੜੀ F, ਉਹਦੇ ਆਪਾਂ ਕੀ ਕਰ ਦੇਣਾ ਅਰਥਿੰਗ, ਤਾਂ ਪੋਜ਼ੀਟਿਵ ਚਾਰਜ ਸਾਰਾ ਕਿੱਥੇ ਆ, ਅਰਥ ਦੇ ਅੰਦਰ ਫਲੋ ਕਰ ਜੂਗਾ। ਤਾਂ ਹੁਣ ਆਪਣੇ ਕੋਲ ਕੀ ਸੀ ਕਿ V1, V2, V3 ਪੋਟੈਂਸ਼ੀਅਲ ਡਿਫਰੈਂਸ ਦੀਆਂ ਵੈਲਿਊ ਸੀ। ਤਾਂ ਟੋਟਲ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਦੇ ਇਕੁਅਲ ਹੋ ਜਾਊਗਾ, ਹਰੇਕ ਕਪੈਸਿਟਰ ਦੇ ਅਕਰੋਸ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਦੇ, ਮਤਲਬ V1 + V2 + V3। ਹੁਣ ਆਪਣੇ ਕੋਲ ਕੀ ਸੀਗਾ, ਆਪਾਂ ਰਿਲੇਸ਼ਨ ਪੜ੍ਹ ਕੇ ਆਉਂਦਾ ਸੀ ਕਿ Q ਕਿਹਦੇ ਇਕੁਅਲ ਹੁੰਦਾ ਹੈ, C B ਦੇ। ਤਾਂ ਇੱਥੋਂ ਆਪਣੇ ਕੋਲ V ਦੀ ਵੈਲਿਊ ਕਿੰਨੀ ਹੋ ਜੂਗੀ, Q/C। ਤਾਂ V1 ਦੇ ਲਈ ਵੈਲਿਊ Q/C1, V2 ਦੇ ਲਈ Q/C2, V3 ਦੇ ਵੈਲਿਊ ਹੋ ਜੂ Q/C3। ਤਾਂ ਚਾਰਜ ਦੀ ਵੈਲਿਊ ਆਪਣੇ ਕੋਲ ਕੀ ਸੇਮ ਰਹਿ ਰਹੀ ਹੈ, ਮੈਗਨੀਟਿਊਡ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਆ ਰਿਹਾ। ਅਤੇ ਇਸੇ ਕਰਕੇ ਆਪਾਂ Q1, Q2, Q3 ਨਹੀਂ ਲਿਖਿਆ, ਤਾਂ ਆਪਾਂ ਨੂੰ ਕਿੰਨਾ ਲਿਖਿਆ, ਸਿੰਪਲੀ Q। ਹੁਣ ਸਾਰੀਆਂ ਵੈਲਿਊਜ਼ ਨੂੰ ਆਪਾਂ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰਾਂਗੇ। ਤਾਂ ਇਕੁਏਸ਼ਨ ਕੀ ਬਣ ਜੂਗੀ, V = Q/C1, V2 ਦੀ ਪਲੱਸ Q/C2 ਅਤੇ V3 ਦੀ ਵੈਲਿਊ ਹੋ ਜੂਗੀ ਪਲੱਸ Q/C3। ਹੁਣ ਰਾਈਟ ਹੈਂਡ ਸਾਈਡ ਦੇ ਉੱਪਰ ਦੇਖੋ Q ਆਪਣੇ ਕੋਲ ਕੀ ਨਿਊਮਰੇਟਰ ਦੇ ਵਿੱਚ ਕਾਮਨ ਆ ਰਿਹਾ, ਤਾਂ ਉਹਨੂੰ ਕਾਮਨ ਕੱਢ ਲੈਣਾ Q। ਫਿਰ ਨੈਕਸਟ ਬ੍ਰੈਕਟਸ ਕੀ ਰਹਿ ਜਾਊਗਾ, 1/C1 + 1/C2 + 1/C3। ਹੁਣ ਨੈਟ ਰਿਜ਼ਲਟ ਆਪਣੇ ਕੋਲ ਕੀ ਹੈ ਕਿ ਜੇ ਆਪਾਂ ਓਵਰਆਲ ਵੈਲਿਊ ਦੇਖੀਏ ਕਿ C ਆਪਣੇ ਕੋਲ ਕੀ ਟੋਟਲ ਕਪੈਸਿਟੈਂਸ ਆ ਰਹੀ ਆ, ਜਿਹੜਾ ਆਪਣੇ ਕੋਲ ਸੀਰੀਜ਼ ਕੰਬੀਨੇਸ਼ਨ ਦਿੱਤਾ ਹੋਇਆ ਸੀ। ਤਾਂ ਇਹਦੇ ਕੋਰਸਪੋਂਡਿੰਗ ਆਪਣੇ ਕੋਲ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਕਿੰਨੀ ਹੋ ਜੂਗੀ, Q/C, ਜਿਹੜਾ ਆਪਾਂ ਰਿਲੇਸ਼ਨ ਤੋਂ ਹੀ ਡਰਾਈਵ ਕੀਤਾ ਸੀਗਾ Q/C ਤੋਂ। ਤਾਂ ਵੈਲਿਊਜ਼ ਪੁੱਟ ਕਰ ਦਿਓ, ਤਾਂ ਇਕੁਏਸ਼ਨ ਕਿੰਨੀ ਹੋਗੀ ਫਿਰ ਆਪਣੇ ਕੋਲੇ ਜਿਹੜੇ ਆਪਾਂ ਡਰਾਈਵ ਕਰਕੇ ਹਟੇ ਸੀ। V ਦੀ ਵੈਲਿਊ ਹੋਗੀ Q/C, ਕਿਹਦੇ ਇਕੁਅਲ ਹੋ ਜਾਊਗਾ, Q × 1/C1 + 1/C2 + 1/C3। ਤਾਂ Q ਦੇ ਨਾਲ Q ਕੱਟ, ਤਾਂ ਆਪਣੇ ਕੋਲ ਇਕੁਏਸ਼ਨ ਕੀ ਬਣ ਗਈ, 1/C = 1/C1 + 1/C2 + 1/C3। ਨੈਕਸਟ ਆਪਣੇ ਕੋਲ ਹੈ ਕਪੈਸਿਟਰਸ ਇਨ ਪੈਰਲਲ। ਤਾਂ ਪੈਰਲਲ ਦੇ ਵਿੱਚ ਆਪਣੇ ਕੋਲ ਕੀ ਆ, 3 ਕਪੈਸਿਟਰਸ ਨੇ ਜਿਨ੍ਹਾਂ ਦੀ ਕਪੈਸਿਟੈਂਸ ਦੀਆਂ ਵੈਲਿਊਜ਼ ਨੇ C1, C2, C3 ਅਤੇ ਪੋਟੈਂਸ਼ੀਅਲ ਡਿਫਰੈਂਸ ਆਪਣੇ ਕੋਲ ਕੀ ਆ, ਕੌਨਸਟੈਂਟ ਰਹਿ ਰਿਹਾ ਇਹਦੇ ਵਿੱਚ B। ਤਾਂ ਹੁਣ ਆਪਣੇ ਕੋਲ ਕੀ ਹੈ, ਜੇ ਆਪਾਂ Q ਚਾਰਜ ਨੂੰ ਪਾਸ ਕਰ ਰਹੇ ਹਾਂ ਤਾਂ Q ਚਾਰਜ ਦੇ ਅੱਗੇ ਕੀ ਆਪਣੇ ਕੋਲ 3 ਪਾਰਟਸ ਨੇ, ਮਤਲਬ 3 ਹਿੱਸਿਆਂ ਦੇ ਵਿੱਚ ਵੰਡਤਾ ਚਾਰਜ। ਤਾਂ ਫਸਟ ਕਪੈਸਿਟਰ ਨੂੰ ਕਿੰਨਾ ਚਾਰਜ ਮਿਲੂਗਾ, Q1। ਬਾਕੀ ਅਮਾਊਂਟ ਜਿਹੜਾ ਬਚ ਗਿਆ ਉਹ ਕਿੱਥੇ ਜਾ ਰਿਹਾ, C2 ਨੂੰ ਮਿਲ ਰਿਹਾ। ਅਤੇ ਇਹਨਾਂ ਦੋਨਾਂ ਤੋਂ ਬਿਨਾਂ ਜਿੰਨਾ ਚਾਰਜ ਬਾਕੀ ਬਚ ਗਿਆ ਉਹ ਸਾਰਾ ਕਿੱਥੇ ਚਲ ਜੂਗਾ, C3। ਅਤੇ ਜਦੋਂ ਉਹਨਾਂ ਨੇ C3 ਨੇ C1, C2, C3 ਦੇ ਵਿੱਚੋਂ ਚਾਰਜ ਨੇ ਅੱਗੇ ਪਾਸ ਕਰਨਾ ਇਸ ਐਂਡ ਦੇ ਉੱਪਰ, ਤਾਂ ਵੀ ਆਪਾਂ ਨੂੰ ਚਾਰਜ ਕਿੰਨਾ ਮਿਲੂਗਾ, Q। ਤਾਂ ਹੁਣ ਇਹਨਾਂ ਦੇ ਲਈ ਆਪਣੇ ਕੋਲ Q ਦੀ ਵੈਲਿਊ ਕਿੰਨੀ ਹੋ ਜੂਗੀ, ਫਿਰ Q ਕਿਹਦੇ ਇਕੁਅਲ ਸੀਗਾ, CV। ਤਾਂ Q1 ਕਿਹਦੇ ਇਕੁਅਲ ਹੋ ਜੂਗਾ, C1B, ਕਿਉਂਕਿ ਪੈਰਲਲ ਕੰਡੀਸ਼ਨ ਦੇ ਵਿੱਚ ਆਪਣੇ ਕੋਲ ਪੋਟੈਂਸ਼ੀਅਲ ਡਿਫਰੈਂਸ ਕੌਨਸਟੈਂਟ ਰਹਿ ਰਿਹਾ ਸੀਗਾ। ਅਤੇ ਚਾਰਜ ਦੀਆਂ ਵੈਲਿਊਜ਼ ਕੀ ਨੇ, Q1, Q2, Q3। ਕਪੈਸਿਟੈਂਸ ਦੀਆਂ ਵੈਲਿਊ C1, C2, C3। ਤਾਂ Q1 ਕਿਹਦੇ ਇਕੁਅਲ ਹੋ ਜਾਊਗਾ, C1B, Q2 ਕਿਹਦੇ ਇਕੁਅਲ ਹੋ ਗਿਆ, C2B, Q3 ਕਿਹਦੇ ਇਕੁਅਲ ਹੋ ਗਿਆ, C3B। ਤਾਂ ਟੋਟਲ ਚਾਰਜ ਆਪਣੇ ਕੋਲ ਕਿੰਨਾ ਸੀ, ਜੇ Q ਚਾਰਜ ਆਪਾਂ ਇੱਥੇ ਦਿੱਤਾ ਸੀਗਾ ਤਾਂ ਉਹ 3 ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ, Q1, Q2, Q3। ਤਾਂ ਤਿੰਨਾਂ ਦਾ ਸਮ ਕਿਹਦੇ ਇਕੁਅਲ ਸੀ, ਜਿੰਨਾ ਚਾਰਜ ਆਪਾਂ ਦੇ ਰਹੇ ਸੀਗੇ। ਤਾਂ ਵੈਲਿਊਜ਼ ਪੁੱਟ ਕਰੋ ਹੁਣ Q1, Q2, Q3 ਦੀਆਂ। V ਕਾਮਨ ਆ ਰਿਹਾ ਤਾਂ ਬ੍ਰੈਕਟ ਦੇ ਵਿੱਚ ਕੀ ਰਹਿ ਜਾਊਗਾ, C1 + C2 + C3 × V। ਬਟ ਇਕੁਇਵਲੈਂਟ ਕਪੈਸਿਟੈਂਸ, ਟੋਟਲ ਕਪੈਸਿਟੈਂਸ ਕਿੰਨੀ ਹੈ ਆਪਣੇ ਕੋਲ, C
ਤੇ ਚਾਰਜ ਕਿੰਨਾ ਸੀਗਾ Q, ਤਾਂ ਨੈਟ ਰਿਜ਼ਲਟ ਕਿੰਨਾ ਹੋ ਜਾਊਗਾ ਸਾਰੇ ਸਰਕਟ ਦੇ ਲਈ Q ਇਜ਼ ਇਕੁਅਲ ਟੂ CV। ਤਾਂ CV ਵੈਲਿਊ ਪੁੱਟ ਕਰਕੇ V ਦੇ ਨਾਲ V ਕੱਟ, ਤਾਂ ਇਕੁਏਸ਼ਨ ਕਿੰਨੀ ਬਣ ਗਈ C ਇਜ਼ ਇਕੁਅਲ ਟੂ C1 ਪਲੱਸ C2 ਪਲੱਸ C3। ਨੈਕਸਟ ਹੁਣ ਆਪਣੇ ਕੋਲ ਐਨਰਜੀ ਸਟੋਰਡ ਇਨ ਅ ਚਾਰਜ ਕਪੈਸਿਟਰ, ਕਿ ਜਦੋਂ ਆਪਾਂ ਕਪੈਸਿਟਰ ਦੀਆਂ ਦੋ ਪਲੇਟਸ ਨੂੰ ਬੈਟਰੀ ਨਾਲ ਕਨੈਕਟ ਕਰ ਰਹੇ ਹਾਂ ਤਾਂ ਆਪਾਂ ਨੂੰ ਕਿ ਕੋਈ ਨਾ ਕੋਈ ਕੰਮ ਕਰਨਾ ਪੈ ਰਿਹਾ ਕਿ ਬੈਟਰੀ ਨੇ ਕਿਵੇਂ ਕੰਮ ਕੀਤਾ ਕਪੈਸਿਟਰਸ ਨੂੰ ਚਾਰਜ ਕਰਨ ਦੇ ਲਈ। ਹੁਣ ਜੇ ਕਪੈਸਿਟਰ ਨੇ ਚਾਰਜ ਕਰਨਾ ਸ਼ੁਰੂ ਕੀਤਾ ਤਾਂ ਪੋਟੈਂਸ਼ੀਅਲ ਡਿਫਰੈਂਸ ਵੀ ਕੀ ਕਰੂਗਾ, ਉਹਨਾਂ ਦੇ ਪਲੇਟਸ ਦੇ ਅਕ੍ਰੋਸ ਇਨਕਰੀਜ਼ ਕਰ ਜੂਗਾ। ਤਾਂ ਇਸੇ ਕਰਕੇ ਬੈਟਰੀ ਨੂੰ ਕੀ ਲਗਾਤਾਰ ਕੰਮ ਕਰਨਾ ਪਊਗਾ ਜੇ ਉਹ ਸੇਮ ਅਮਾਊਂਟ ਦੇ ਨਾਲ ਚਾਰਜ ਕਪੈਸਿਟਰ ਨੂੰ ਭੇਜਣਾ ਚਾਹੁੰਦੇ ਆ। ਤਾਂ ਹੁਣ ਇਸੇ ਕਰਕੇ ਆਪਣੇ ਕੋਲ ਕਿ ਜੇ ਕਿਸੇ ਵੀ ਕਪੈਸਿਟਰ ਨੂੰ ਆਪਾਂ ਚਾਰਜ ਕਰਨਾ ਤਾਂ ਆਪਾਂ ਜਿਹੜਾ ਕੰਮ ਕਰਨਾ ਪੈ ਰਿਹਾ ਉਹ ਕਪੈਸਿਟਰ ਦੇ ਅੰਦਰ ਕਿਵੇਂ ਸਟੋਰ ਹੋ ਜਾਊਗਾ, ਇਨ ਦੀ ਫਾਰਮ ਆਫ ਪੋਟੈਂਸ਼ੀਅਲ ਐਨਰਜੀ। ਤਾਂ ਹੁਣ ਇਹਨਾਂ ਦੇ ਲਈ ਆਪਾਂ ਰਿਲੇਸ਼ਨ ਡਰਾਈਵ ਕਰਾਂਗੇ। ਆਪਾਂ ਕੋਈ ਵੀ ਕਪੈਸਿਟਰ ਸਪੋਜ਼ ਕਰਕੇ ਚੱਲਦੇ ਹਾਂ ਜਿਹਦੀ ਕਪੈਸਿਟੈਂਸ ਆਪਣੇ ਕੋਲ ਕਿੰਨੀ ਆ C, ਤੇ ਕਪੈਸਿਟਰ ਆਪਣੇ ਕੋਲ ਕੀ ਆ ਸਟਾਰਟਿੰਗ ਦੇ ਵਿੱਚ ਕੋਈ ਵੀ ਚਾਰਜ ਨਹੀਂ ਸੀ, ਇਨੀਸ਼ੀਅਲੀ Q ਦੀ ਵੈਲਿਊ ਕਿੰਨੀ ਸੀ 0, ਪਰ ਜਦੋਂ ਆਪਾਂ ਨੂੰ ਬੈਟਰੀ ਦੇ ਨਾਲ ਕਨੈਕਟ ਕਰ ਦਿੱਤਾ ਤਾਂ ਕੀ ਹੋ ਜਾਊਗਾ ਥੋੜ੍ਹੇ ਟਾਈਮ ਬਾਅਦ ਉਹਨੇ ਪੋਟੈਂਸ਼ੀਅਲ V ਐਕਵਾਇਰ ਕਰ ਲੈਣਾ ਤੇ Q ਚਾਰਜ ਆਪਣੇ ਕੋਲ ਕੀ ਸੀਗਾ ਥੋੜ੍ਹੇ ਟਾਈਮ ਬਾਅਦ ਕਪੈਸਿਟਰ ਦੀ ਪਲੇਟ ਦੇ ਉੱਪਰ ਆ ਰਿਹਾ ਤਾਂ Q ਕਿਹਦੇ ਇਕੁਅਲ ਹੋ ਜਾਊਗਾ CV ਦੇ। C ਆਪਣੇ ਕੋਲ ਕਪੈਸਿਟੈਂਸ ਆ, V ਕਿੰਨਾ ਉਸ ਪਲੇਟ ਦਾ ਪੋਟੈਂਸ਼ੀਅਲ ਡਿਫਰੈਂਸ ਤੇ Q ਜਿੰਨਾ ਚਾਰਜ ਐਕਵਾਇਰ ਕੀਤਾ ਹੋਇਆ ਸੀ। ਤਾਂ ਹੁਣ ਆਪਾਂ ਕੀ ਦੇਖ ਰਹੇ ਹਾਂ ਕਿ ਥੋੜ੍ਹੇ ਟਾਈਮ ਬਾਅਦ ਬੈਟਰੀ ਨੇ ਥੋੜ੍ਹੇ ਅਮਾਊਂਟ ਦੇ ਵਿੱਚ ਚਾਰਜ DQ ਕਪੈਸਿਟਰ ਨੂੰ ਦਿੱਤਾ ਕਿੰਨੇ ਪੋਟੈਂਸ਼ੀਅਲ ਦੇ ਉੱਪਰ V ਦੇ ਉੱਪਰ ਜਿਹੜਾ ਕੌਨਸਟੈਂਟ ਸੀਗਾ। ਤਾਂ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਤੋਂ ਆਪਣੇ ਕੋਲ ਕਿੰਨਾ ਆ ਜਾਊਗਾ, ਜਿੰਨਾ ਸਮੋਲ ਅਮਾਊਂਟ ਆਫ ਵਰਕ ਡਨ ਕੀਤਾ ਬੈਟਰੀ ਨੇ ਤਾਂ ਉਹ ਕਿੰਨਾ ਹੋਊਗਾ dW ਇਜ਼ ਇਕੁਅਲ ਟੂ V ਇੰਟੂ DQ, ਕਿਉਂਕਿ ਪੋਟੈਂਸ਼ੀਅਲ ਡਿਫਰੈਂਸ ਕੌਨਸਟੈਂਟ ਸੀਗਾ V। ਤਾਂ V ਕਿਹਦੇ ਇਕੁਅਲ ਹੋ ਜਾਊਗਾ ਇੱਥੋਂ Q ਅਪੋਨ C ਇੰਟੂ DQ। ਤਾਂ ਆਪਾਂ ਕੀ ਹੁਣ ਟੋਟਲ ਅਮਾਊਂਟ ਆਫ ਵਰਕ ਡਨ ਦੇਖਣਾ ਤਾਂ ਆਪਾਂ ਕੀ ਕਰਾਂਗੇ ਇਹਨੂੰ ਇੰਟੀਗ੍ਰੇਟ, ਸਮੋਲ ਅਮਾਊਂਟ ਆਫ ਵਰਕ ਡਨ ਜਿਹੜਾ ਆਪਣੇ ਕੋਲ ਆਇਆ ਸੀ ਉਹਨੂੰ ਇੰਟੀਗ੍ਰੇਟ ਕਰਾਂਗੇ। ਕਿੱਥੋਂ ਇੰਟੀਗ੍ਰੇਟ ਕਰਾਂਗੇ ਕਿ ਇਨੀਸ਼ੀਅਲੀ ਚਾਰਜ ਦੀ ਵੈਲਿਊ ਕਿੰਨੀ ਸੀਗੀ 0, ਬਟ ਥੋੜ੍ਹੇ ਟਾਈਮ ਬਾਅਦ ਜਦੋਂ ਉਹਨੇ ਚਾਰਜ ਐਕਵਾਇਰ ਕਰਨਾ ਸ਼ੁਰੂ ਕੀਤਾ ਤਾਂ ਵੈਲਿਊ ਕਿੰਨੀ ਆ ਗਈ ਆਪਣੇ ਕੋਲ Q ਬਾਈ C ਇੰਟੂ DQ। ਤਾਂ C ਆਪਣੇ ਕੋਲ ਕੀ ਉਹਦੀ ਕਪੈਸਿਟੈਂਸ ਦੀ ਵੈਲਿਊ ਕੌਨਸਟੈਂਟ, ਤਾਂ ਇੰਟੀਗ੍ਰੇਸ਼ਨ ਦੇ ਵਿੱਚ ਕੀ ਰਹਿ ਜਾਊਗਾ Q ਇੰਟੂ DQ। ਲਿਮਿਟਸ ਕਿੰਨੀਆਂ ਹੋ ਜਾਣਗੀਆਂ 0 ਟੂ Q। ਹੁਣ Q ਦਾ ਡੈਰੀਵੇਟਿਵ ਨਾਲ ਪਿਆ ਤਾਂ ਇਹਦੀ ਇੰਟੀਗ੍ਰੇਸ਼ਨ ਆਪਣੇ ਕੋਲ ਫਿਰ ਕਿੰਨੀ ਹੋ ਜਾਊਗੀ Q ਸਕੁਅਰ ਅਪੋਨ 2। ਫਿਰ ਨੈਕਸਟ ਆਪਣੇ ਕੋਲ ਲਿਮਿਟਸ ਨੂੰ ਪੁੱਟ ਕਰੋ, ਅਪਰ ਲਿਮਿਟ ਮਾਈਨਸ ਲੋਅਰ ਲਿਮਿਟ, ਤਾਂ ਉਹ ਕਿੰਨਾ ਬਣ ਜਾਊਗਾ ਹਾਫ Q ਸਕੁਅਰ ਮਾਈਨਸ 0 ਸਕੁਅਰ, ਮੀਨਸ ਆਪਣੇ ਕੋਲ ਰਿਜ਼ਲਟ ਬਣ ਗਿਆ ਹਾਫ Q ਸਕੁਅਰ ਅਪੋਨ C। ਤਾਂ ਇੱਧਰ ਆਪਣੇ ਕੋਲ C ਇੱਕ ਬਾਹਰ ਪਿਆ ਸੀ ਤਾਂ 1 ਅਪੋਨ C, ਤਾਂ ਉਹ C ਵੀ ਨਾਲ ਆਊਗਾ। ਹੁਣ ਆਪਾਂ ਕਹਿ ਕੇ ਚੱਲੇ ਸੀ ਕਿ ਜਿੰਨਾ ਵੀ ਆਪਾਂ ਨੂੰ ਕਪੈਸਿਟਰ ਨੂੰ ਚਾਰਜ ਕਰਨ ਦੇ ਲਈ ਬੈਟਰੀ ਨੇ ਵਰਕ ਡਨ ਕੀਤਾ ਉਹ ਸਾਰਾ ਕਿਵੇਂ ਸਟੋਰ ਹੋ ਜਾਊਗਾ ਇਨ ਦੀ ਫਾਰਮ ਆਫ ਪੋਟੈਂਸ਼ੀਅਲ ਐਨਰਜੀ। ਤਾਂ ਹੀ ਆਪਾਂ ਵਰਕ ਡਨ ਨੂੰ ਕਿਹਦੇ ਨਾਲ ਸ਼ੋਅ ਕਰਾਂਗੇ U ਦੇ ਨਾਲ। ਤਾਂ U ਕਿਹਦੇ ਇਕੁਅਲ ਹੋ ਗਿਆ ਹਾਫ Q ਸਕੁਅਰ ਅਪੋਨ C, ਬਟ Q ਕਿਹਦੇ ਇਕੁਅਲ ਸੀਗਾ CV ਦੇ। ਤਾਂ ਹੁਣ ਵੈਲਿਊਸ ਫਿਰ ਦੁਬਾਰਾ ਪੁੱਟ ਕਰ ਦਿਓ, Q ਇਜ਼ ਇਕੁਅਲ ਟੂ CV ਹੋਲ ਸਕੁਅਰ ਸੀ, ਤਾਂ ਇਕੁਏਸ਼ਨ ਕੀ ਬਣ ਜੂਗੀ ਹਾਫ C ਸਕੁਅਰ V ਸਕੁਅਰ ਅਪੋਨ C। ਇੱਕ C ਨਾਲ ਇੱਕ C ਕੱਟ ਹੋ ਗਿਆ ਤਾਂ ਹਾਫ CV ਸਕੁਅਰ, ਬਟ C ਦੀਆਂ ਵੈਲਿਊਸ ਫਿਰ ਪੁੱਟ ਕਰ ਦਿਓ, C ਕਿਹਦੇ ਇਕੁਅਲ ਹੋ ਜਾਊਗਾ Q ਅਪੋਨ V ਦੇ, ਕਿਉਂਕਿ ਆਪਣੇ ਕੋਲ Q ਕਿਹਦੇ ਇਕੁਅਲ ਸੀ C ਇੰਟੂ V। ਤਾਂ ਫਿਰ C ਦੀ ਵੈਲਿਊ ਪੁੱਟ ਕੀਤੀ Q ਅਪੋਨ V, ਇੱਕ V ਨਾਲ ਇੱਕ V ਕੱਟ ਹੋ ਗਿਆ ਤਾਂ ਰਿਲੇਸ਼ਨ ਕੀ ਬਣ ਗਿਆ ਹਾਫ QV। ਤਾਂ ਤਿੰਨੇ ਫਾਰਮ ਆਪਣੇ ਕੋਲ ਕਿਹਦੀਆਂ ਆ ਗਈਆਂ ਪੋਟੈਂਸ਼ੀਅਲ ਐਨਰਜੀ ਦੀਆਂ। ਫਸਟ ਫਾਰਮ ਕਿਹਦੇ ਵਿੱਚ ਆ ਗਈ Q ਤੇ C ਦੀ ਫਾਰਮ 'ਚ, ਨੈਕਸਟ CV ਦੀ ਫਾਰਮ 'ਚ, ਫਿਰ QV ਦੀ ਫਾਰਮ 'ਚ। ਨੈਕਸਟ ਆਪਣੇ ਕੋਲ ਹੈ ਲਾਸ ਆਫ ਐਨਰਜੀ ਔਨ ਸ਼ੇਅਰਿੰਗ ਚਾਰਜਸ ਬਾਈ ਟੂ ਕਪੈਸਿਟਰਸ, ਕਿ ਜਦੋਂ ਦੋ ਕਪੈਸਿਟਰਸ ਨੇ ਆਪਸ ਦੇ ਵਿੱਚ ਚਾਰਜ ਸ਼ੇਅਰ ਕੀਤਾ ਤਾਂ ਉਹਨਾਂ ਦੀ ਐਨਰਜੀ ਦੇ ਵਿੱਚ ਕਿੰਨਾ ਲਾਸ ਆ ਰਿਹਾ। ਤਾਂ ਆਪਣੇ ਕੋਲ ਹੁਣ ਦੋ ਕਪੈਸਿਟਰਸ ਦਿੱਤੇ ਹੋਏ ਆ ਜਿਨ੍ਹਾਂ ਦੀ ਕਪੈਸਿਟੈਂਸ ਦੀ ਵੈਲਿਊ ਹੈਗੀ C1 C2, ਪੋਟੈਂਸ਼ੀਅਲ ਵੈਲਿਊ ਕਿੰਨੀ ਆ V1 ਤੇ V2। ਹੁਣ ਆਪਣੇ ਕੋਲ ਕੀ ਆ ਦੋਨੋਂ ਕਪੈਸਿਟਰਸ ਨੂੰ ਆਪਸ ਦੇ ਵਿੱਚ ਕੰਬਾਈਨ ਕਰਨ ਤੋਂ ਪਹਿਲਾਂ ਜਿੰਨੀ ਐਨਰਜੀ ਕਪੈਸਿਟਰ ਦੇ ਅੰਦਰ ਸਟੋਰ ਹੋਈ ਸੀ ਉਹ ਕਿੰਨੀ ਆ ਜਾਊਗੀ U ਇਜ਼ ਇਕੁਅਲ ਟੂ U1 ਪਲੱਸ U2। ਹੁਣ U ਆਪਣੇ ਕੋਲ ਕਿੰਨਾ ਸੀ ਜਿਹੜਾ ਆਪਾਂ ਰਿਲੇਸ਼ਨ ਡਰਾਈਵ ਕਰਕੇ ਆਉਂਦਾ ਸੀਗਾ, ਤਾਂ ਉਹ ਆਪਣੇ ਕੋਲ ਵੈਲਿਊਜ਼ ਬਣ ਜਾਣਗੀਆਂ ਹਾਫ CV ਸਕੁਅਰ, ਉਹੀ ਵੈਲਿਊਜ਼ ਆਪਾਂ ਪੁੱਟ ਕਰਨੀਆਂ ਇੱਥੇ। ਹਾਫ C1 ਸੀਗੀ ਫਸਟ ਕਪੈਸਿਟਰ ਦੇ ਲਈ C1 ਤੇ V1 ਸਕੁਅਰ, C2 V2 ਸਕੁਅਰ, ਕਪੈਸਿਟਰ ਦੇ ਅਕਰੋਸ ਹੀ ਆਪਾਂ ਵੈਲਿਊਜ਼ ਪੁੱਟ ਕੀਤੀਆਂ। ਹੁਣ ਦੋ ਕਪੈਸਿਟਰਸ ਨੂੰ ਜਦੋਂ ਆਪਾਂ ਆਪਸ ਦੇ ਵਿੱਚ ਇਕੱਠਾ ਕਰਤਾ ਤਾਂ ਟੋਟਲ ਚਾਰਜ ਜਿੰਨਾ ਕਪੈਸਿਟਰ ਦੇ ਉੱਪਰ ਸਟੋਰ ਹੋ ਗਿਆ ਉਹ ਕਿੰਨਾ ਹੋ ਜਾਊਗਾ ਦੋਨੋਂ ਕਪੈਸਿਟਰ ਪਲੇਟਸ ਦਾ ਸਮ ਆਊਗਾ। ਹੁਣ Q ਚਾਰਜ ਆਪਾਂ ਟੋਟਲ ਦੇਖਣਾ ਤਾਂ ਟੋਟਲ ਚਾਰਜ ਹਮੇਸ਼ਾ ਹੀ ਕੀ ਆ ਪਲੱਸ ਕਰਕੇ ਆਊਗਾ, ਤਾਂ Q1 ਪਲੱਸ Q2। Q1 ਕਿਹਦੇ ਇਕੁਅਲ ਹੋ ਗਿਆ ਫਿਰ ਕਿ Q ਇਜ਼ ਇਕੁਅਲ ਟੂ CV, ਤਾਂ Q1 ਇਜ਼ ਇਕੁਅਲ ਟੂ C1 V1, Q2 ਇਜ਼ ਇਕੁਅਲ ਟੂ C2 V2। ਤਾਂ ਟੋਟਲ ਕਪੈਸਿਟੈਂਸ ਦੀ ਵੈਲਿਊ ਵੀ ਕਿੰਨੀ ਹੋ ਜਾਊਗੀ C ਇਜ਼ ਇਕੁਅਲ ਟੂ C1 ਪਲੱਸ C2। ਤਾਂ ਹੁਣ ਆਪਾਂ ਟੋਟਲ એનર્ਜੀ ਦੇਖਣੀ ਹੈ ਜਦੋਂ ਕਪੈਸਿਟਰਸ ਨੂੰ ਆਪਾਂ ਆਪਸ ਦੇ ਵਿੱਚ ਕਨੈਕਟ ਕੀਤਾ ਹੋਇਆ। ਤਾਂ ਹੁਣ ਇੱਥੇ ਕੀ ਹੈ Q ਤੇ C ਦੇ ਵਿੱਚ ਆਪਾਂ ਨੂੰ ਪਤਾ ਹੈ ਕਿੰਨਾ ਚਾਰਜ ਉਹਨਾਂ ਨੇ ਐਕਵਾਇਰ ਕੀਤਾ ਤੇ ਕਿੰਨੀ ਕਪੈਸਿਟੈਂਸ ਆ, ਤਾਂ ਆਪਾਂ ਕਿਹੜਾ ਰਿਲੇਸ਼ਨ ਇੱਥੇ ਯੂਜ਼ ਕਰ ਲਵਾਂਗੇ U ਇਜ਼ ਇਕੁਅਲ ਟੂ ਹਾਫ Q ਸਕੁਅਰ ਅਪੋਨ C। ਤਾਂ Q ਦੀ ਵੈਲਿਊ ਕਿੰਨੀ ਸੀਗੀ C1 V1 ਪਲੱਸ C2 V2 ਹੋਲ ਸਕੁਅਰ, C ਦੀ ਵੈਲਿਊ ਹੋ ਗਈ C1 ਪਲੱਸ C2। ਤਾਂ ਹੁਣ ਆਪਾਂ ਡਿਫਰੈਂਸ ਦੇਖਣਾ ਤਾਂ ਉਹ ਆਪਣੇ ਕੋਲ ਕਿੰਨਾ ਆ ਜਾਊਗਾ
u माइनस u डैश करांगे तो u की वैल्यू हाफ c1v1 स्क्वेयर प्लस हाफ c2v2 स्क्वेयर माइनस u डैश की वैल्यू हम पुट कर दो हाफ c1v1 स्क्वेयर प्लस c2v2 होल स्क्वेयर अपॉन c1 प्लस c2। हम फिर अगे आप की करांगे इत्थे a प्लस b होल स्क्वेयर का फॉर्मूला लगाओ वो कितना बन जूगा a स्क्वेयर प्लस b स्क्वेयर प्लस 2ab तो नाल आपां की कर लवांगे इत्थे एलसीएम ले लवांगे तो एलसीएम दे विच कितना बन जूगा 2 सारे दे विच आ रहा 2 c1 प्लस c2 तो हुण इत्थे इक्वेशन अपने कोल फिर की बनूगी जिन्ना तुहाडे कोले एलसीएम बन गया उन्होंने तुसीं डिनोमीनेटर दे विच लिखो c1 प्लस c2 तो उपर अपने कोले की रह जूगा फिर c1 v1 स्क्वेयर सी उहदे नाल अपने कोले की मल्टीप्लाई दे विच जाऊगा c1 प्लस c2 फिर नैक्सट टर्म अपने कोले की सी c2 v2 स्क्वेयर तो ये नाल फिर c1 प्लस c2 मल्टीप्लाई दे विच जाऊ नैक्सट अपने कोले की रह जाऊगा फिर c1 v1 प्लस c2 v2 होल स्क्वेयर तो आह वाला स्टैप अपने कोले बन जूगा 2 c1 प्लस c2 की एलसीएम दे विच आ गया c1 v1 स्क्वेयर नाल फिर की है c1 प्लस c2 मल्टीप्लाई दे विच गया फिर 2 का एलसीएम सीगा c2 v2 स्क्वेयर दे नाल फिर c1 प्लस c2 मल्टीप्लाई माइनस फिर अपने कोल की आऊगा c1 v1 प्लस c2 v2 होल स्क्वेयर। हम ब्रैकेट किवें ओपन करांगे आपां फिर c1 स्क्वेयर c1 ने इन्हां दोनों नाल मल्टीप्लाई होना तो v1 स्क्वेयर प्लस फिर c2 नूं मल्टीप्लाई कर दो c1 c2 v1 स्क्वेयर प्लस फिर c1 ने मल्टीप्लाई होना c1 c2 v2 स्क्वेयर प्लस फिर c2 ने मल्टीप्लाई किया तो c2 स्क्वेयर v2 स्क्वेयर बाकी अपने को ब्रैकेट किवें बच गई c1 v1 प्लस c2 v2 होल स्क्वेयर तो डिनोमीनेटर की आ जाएगा 2 c1 प्लस c2 तो हम इतने फॉर्मूला किहड़ा लग जाऊगा a प्लस b होल स्क्वेयर इज इक्वल टू a स्क्वेयर प्लस b स्क्वेयर प्लस 2ab तो हम वो भी आप नाल लिख लवांगे c1 स्क्वेयर v1 स्क्वेयर प्लस c1 c2 v1 स्क्वेयर प्लस c1 c2 v2 स्क्वेयर प्लस c2 स्क्वेयर v2 स्क्वेयर माइनस c1 स्क्वेयर v1 स्क्वेयर माइनस c2 v2 स्क्वेयर माइनस 2 c1 v1 c2 v2 अपॉन 2 c1 प्लस c2 हम इतने माइनस का साइन सी ब्रैकेट की सी a प्लस b होल स्क्वेयर तो a स्क्वेयर प्लस b स्क्वेयर प्लस 2ab पर नैक्सट स्टैप के जो ब्रैकेट ओपन करांगे तो माइनस का साइन ना चल जाऊगा प्लस माइनस माइनस तो हम टर्म्स देख लो जी कॉमन आ रही हैं तो हम इतने अपने को की बनूगा c1 v1 स्क्वेयर आपस में कट हो गए नैक्सट की है c2 v2 होल स्क्वेयर तो ये कट हो गए फिर अपने को कितना कॉमन आ रहा वो लिखो c1 c2 v1 स्क्वेयर प्लस v2 स्क्वेयर माइनस 2 v1 v2 अपॉन 2 c1 प्लस c2 हम ये वाला फिर फॉर्मूला किहदा बन गया a स्क्वेयर प्लस b स्क्वेयर माइनस 2ab तो फिर की लिखांगे c1 c2 v1 माइनस v2 होल स्क्वेयर अपॉन 2 c1 प्लस c2 तो यही अपने को एंड रिजल्ट। थैंक यू।